ਜਿਹੜਾ ਹੁਣ ਤੁਹਾਡਾ ਨਵਾਂ ਟੌਪਿਕ ਹੈ ਜਿਹੜਾ ਆਪਾਂ ਸਟੱਡੀ ਕਰਨਾ ਉਹ ਹੈਗਾ ਪੋਲੀਮੋਰਫਿਜ਼ਮ। ਠੀਕ ਹੈ, ਪੋਲੀਮੋਰਫਿਜ਼ਮ ਦੀ ਆਪਾਂ ਜਿਹੜੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਤੁਹਾਨੂੰ ਕਰਾਇਆ ਸੀ ਕਿ ਆਬਜੈਕਟ ਓਰੀਐਂਟਡ ਦੇ ਕਨਸੈਪਟਸ ਹੁੰਦੇ ਆ, ਉਸ ਟਾਈਮ ਆਪਾਂ ਪੋਲੀਮੋਰਫਿਜ਼ਮ ਦਾ ਕਨਸੈਪਟ ਜਿਹੜਾ ਹੈ ਥੋੜ੍ਹਾ ਜਿਹਾ ਟੱਚ ਕੀਤਾ ਸੀ। ਪੋਲੀਮੋਰਫਿਜ਼ਮ ਜਿਹੜਾ ਹੈ ਉਹ ਦੋ ਵਰਡਸ ਤੋਂ ਬਣਿਆ ਹੋਇਆ, ਪੋਲੀ ਪਲੱਸ ਮੋਰਫ। ਠੀਕ ਹੈ, ਪੋਲੀ ਮੀਨਸ ਮੈਨੀ ਤੇ ਮੋਰਫ ਮੀਨਸ ਹੁੰਦੇ ਟਾਸਕ। ਠੀਕ ਹੈ, ਮਤਲਬ ਪੋਲੀਮੋਰਫਿਜ਼ਮ ਦਾ ਮਤਲਬ ਕੀ ਹੈ ਕਿ ਤੁਸੀਂ ਇੱਕ ਤੋਂ ਜ਼ਿਆਦਾ ਟਾਸਕ ਕਰਨੇ ਆ, ਬਟ ਇੱਥੇ ਤੁਹਾਡੇ ਕੋਲ ਫੈਸਿਲਿਟੀ ਕੀ ਅਵੇਲੇਬਲ ਹੈ ਕਿ ਤੁਸੀਂ ਨੇਮ ਇੱਕ ਯੂਜ਼ ਕਰ ਰਹੇ ਹੋ। ਠੀਕ ਹੈ, ਨੇਮ ਤੁਹਾਡਾ ਸੇਮ ਹੋਊਗਾ, ਕੰਮ ਉਹਦੇ ਅਲੱਗ-ਅਲੱਗ ਹੋਣਗੇ। ਜਦੋਂ ਇਹਨੂੰ ਆਪਾਂ ਟੈਕਨੀਕਲੀ ਸਟੱਡੀ ਕਰਦੇ ਹਾਂ ਆਪਾਂ ਕਹਿੰਦੇ ਹਾਂ ਕਿ ਵੀ ਯੂਜ਼ ਦਾ ਸੇਮ ਨੇਮ ਟੂ ਪਰਫੋਰਮ ਸਿਮਿਲਰ but technically different tasks। ਇਹਦਾ ਮਤਲਬ ਕੀ ਹੈ ਕਿ ਤੁਹਾਡਾ ਨਾਮ ਜਿਹੜਾ ਫੰਕਸ਼ਨ ਦਾ ਸੇਮ ਹੋਊਗਾ ਬਟ ਉਹ ਕੰਮ ਸਿਮਿਲਰ ਕਰੂਗਾ ਪਰ ਟੈਕਨੀਕਲੀ ਉਹ 'ਚ ਡਿਫਰੈਂਟ ਹੋਊਗਾ। ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਜਿਵੇਂ ਹੁਣ ਆਪਾਂ ਇੱਕ ਲੈਂਦੇ ਹਾਂ ਫੰਕਸ਼ਨ ਦਾ ਨਾਮ ਲੈ ਲੈਂਦੇ ਏਰੀਆ। ਠੀਕ ਹੈ, ਹੁਣ ਅਗਰ ਏਰੀਏ ਦੇ ਵਿੱਚ ਮੰਨ ਲਓ ਅਸੀਂ ਦੋ ਵੈਲਿਊ ਸੇਮ ਪਾਸ ਕਰਦੇ ਹਾਂ 4 ਤੇ 4 ਤੇ ਅਸੀਂ ਲੈਂਥ ਤੇ ਬ੍ਰੈਡਥ ਇਕੁਅਲ ਮੰਨਦੇ ਹਾਂ। ਠੀਕ ਹੈ, ਤੇ ਉਸ ਕੇਸ 'ਚ ਇਹ ਕੀ ਬਣ ਗਿਆ ਸਕੁਏਅਰ, ਮਤਲਬ ਏਰੀਆ ਕਿਹਦਾ ਇਹ ਕੈਲਕੂਲੇਟ ਕਰੂਗਾ ਸਕੁਏਅਰ ਦਾ। ਅਗਰ ਬਾਈ ਚਾਂਸ ਇਹ ਵੈਲਿਊ ਮੰਨ ਲਓ ਅਲੱਗ-ਅਲੱਗ ਹੈ 4 ਤੇ 6 ਹੈ, ਲੈਂਥ ਤੇ ਬ੍ਰੈਡਥ ਅਲੱਗ-ਅਲੱਗ ਹੋ ਗਈ, ਫਿਰ ਇਹ ਏਰੀਆ ਕਿਹਦਾ ਕੈਲਕੂਲੇਟ ਕਰੂਗਾ ਰੈਕਟੈਂਗਲ ਦਾ। ਠੀਕ ਹੈ, ਸੋ ਮਤਲਬ ਏਰੀਆ ਕੀ ਹੈ, ਇਹ ਇੱਕ ਫੰਕਸ਼ਨ ਦਾ ਨਾਮ ਹੈ। ਉਹਨੂੰ ਆਪਾਂ ਡਿਪੈਂਡਿੰਗ ਅਪੋਨ ਪੈਰਾਮੀਟਰ ਕਿਹੜੇ ਵੈਲਿਊ ਪਾਸ ਕੀਤੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਅਲੱਗ-ਅਲੱਗ ਜਿਹੜੇ ਟਾਸਕ ਉਹਦੇ ਕੋਲ ਕਰਵਾ ਸਕਦੇ ਹੋ, ਪਰ ਸਿਮਿਲਰ ਹੋਣਗੇ। ਸਿਮਿਲਰ ਇਨ ਦਾ ਸੈਂਸ ਵੀ ਸਕੁਏਅਰ ਦਾ ਵੀ ਏਰੀਆ ਹੀ ਕੈਲਕੂਲੇਟ ਹੋ ਰਿਹਾ ਅਤੇ ਰੈਕਟੈਂਗਲ ਦਾ ਵੀ ਏਰੀਆ ਹੀ ਕੈਲਕੂਲੇਟ ਹੋ ਰਿਹਾ। ਇਹਦਾ ਮਤਲਬ ਇਹ ਟੈਕਨੀਕਲੀ ਕੀ ਹੈ ਸਿਮਿਲਰ ਹੋ ਗਿਆ, ਮਤਲਬ ਮਿਲਦੇ ਜੁਲਦੇ ਆ। ਠੀਕ ਹੈ, ਬਟ ਟੈਕਨੀਕਲੀ ਡਿਫਰੈਂਟ ਕਿਉਂ ਹੈ? ਬਿਕੋਜ਼ ਸਕੁਏਅਰ ਦਾ ਜਿਹੜੇ ਹੈ ਸਾਈਜ਼ ਹੈ ਉਹ ਸੇਮ ਹੋਊਗਾ ਹਰ ਸਾਈਡ ਦਾ, ਅਤੇ ਜਿਹੜਾ ਰੈਕਟੈਂਗਲ ਹੈ ਉਹਦਾ ਜਿਹੜਾ ਹੈ ਸਾਈਜ਼ ਦਾ ਜਿਹੜਾ ਸਾਈਡਸ ਦਾ ਜਿਹੜਾ ਸਾਈਜ਼ ਹੁੰਦਾ ਉਹ ਵੱਖਰਾ ਵੱਖਰਾ ਹੁੰਦਾ। ਠੀਕ ਹੈ, ਜੇ ਇਹ ਬਿਲਕੁਲ ਸਹੀ ਐਗਜ਼ਾਮਪਲ ਨਹੀਂ ਬਣ ਰਹੀ ਤਾਂ ਤੁਸੀਂ ਇਹਨੂੰ ਹੋਰ ਢੰਗ ਨਾਲ ਵੀ ਲੈ ਸਕਦੇ ਹੋ ਕਿ ਮੰਨ ਲਓ ਤੁਹਾਡਾ ਏਰੀਆ ਇੱਕ ਫੰਕਸ਼ਨ ਹੈ। ਠੀਕ ਹੈ, ਹੁਣ ਏਰੀਆ ਉਹ ਅਲੱਗ-ਅਲੱਗ ਵੈਲਿਊਜ਼ ਦਾ ਕੈਲਕੂਲੇਟ ਕਰ ਸਕਦਾ, ਸਕੁਏਅਰ ਦਾ ਵੀ ਕਰ ਸਕਦਾ। ਠੀਕ ਹੈ, ਰੈਕਟੈਂਗਲ ਦਾ ਵੀ ਕਰ ਸਕਦਾ, ਟ੍ਰਾਇੰਗਲ ਦਾ ਵੀ ਕਰ ਸਕਦਾ ਅਤੇ ਸਰਕਲ ਦਾ ਵੀ ਹੋ ਸਕਦਾ। ਠੀਕ ਹੈ, ਏਰੀਆ ਵਰਡ ਸਿਮਿਲਰ ਹੈ ਸਾਰਿਆਂ ਲਈ, ਪਰ ਫਾਰਮੂਲਾ ਅਗਰ ਤੁਸੀਂ ਟੈਕਨੀਕਲੀ ਦੇਖੋਗੇ ਤਾਂ ਹਰੇਕ ਦਾ ਜਿਹੜਾ ਫਾਰਮੂਲਾ ਹੈ ਉਹ ਡਿਫਰੈਂਟ ਹੋਊਗਾ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਪੋਲੀਮੋਰਫਿਜ਼ਮ, ਮਤਲਬ ਨਾਮ ਇੱਕ ਕੰਮ ਜ਼ਿਆਦਾ। ਹੁਣ ਇਹ ਜਿਹੜੀ ਪੋਲੀਮੋਰਫਿਜ਼ਮ ਹੈ ਉਹ ਕਿਹਦੇ ਬੇਸਿਸ 'ਤੇ ਹੁੰਦੀ ਹੈ? ਉਹਦੇ ਕੁਛ ਬੇਸ ਹੁੰਦੇ ਹੈ ਕਿ ਤੁਸੀਂ ਪੈਰਾਮੀਟਰਸ ਦੇ ਬੇਸ 'ਤੇ ਜਿਹੜਾ ਹੈ ਡਿਸਾਈਡ ਕਰਦੇ ਹੋ ਤੁਸੀਂ ਕਿਹੜੇ ਫੰਕਸ਼ਨ ਨੂੰ ਕਾਲ ਕਰਨੀ ਹੈ, ਜਾਂ ਉਹਨਾਂ ਦੀ ਟਾਈਪ ਦੇ ਉੱਤੇ ਡਿਪੈਂਡ ਕਰਦੇ ਹੋ ਜਾਂ ਨੰਬਰ ਦੇ ਉੱਤੇ। ਠੀਕ ਹੈ, ਇਹ ਆਪਾਂ ਬਾਅਦ 'ਚ ਉਹਦਾ ਡਿਟੇਲ 'ਚ ਡਿਸਕਸ ਕਰਦੇ ਹਾਂ। ਠੀਕ ਹੈ, ਇੱਕ ਇਹਦੀ ਮੈਂ ਹੋਰ ਐਗਜ਼ਾਮਪਲ ਦੇ ਦਿੰਦਾ, ਜਿਵੇਂ ਤੁਹਾਡਾ ਸਮ ਫੰਕਸ਼ਨ ਹੈ ਜਿਹੜਾ ਆਪਾਂ ਸਟਾਰਟਿੰਗ 'ਚ ਆਪਾਂ ਐਗਜ਼ਾਮਪਲ ਲਈ ਸੀ। ਸਮ ਫੰਕਸ਼ਨ ਹੈ ਉਹ ਮੰਨ ਲਓ ਦੋ ਵੈਲਿਊਜ਼ ਨੂੰ ਪਲੱਸ ਕਰਦਾ, ਇਹੀ ਸਮ ਫੰਕਸ਼ਨ ਮੰਨ ਲਓ ਤਿੰਨ ਵੈਲਿਊਜ਼ ਨੂੰ ਪਲੱਸ ਕਰਦਾ, ਆਹੀ ਸਮ ਫੰਕਸ਼ਨ ਮੰਨ ਲਓ ਚਾਰ ਵੈਲਿਊਜ਼ ਨੂੰ ਪਲੱਸ ਕਰਦਾ। ਹੁਣ ਸਿਮਿਲਰ ਕੀ ਹੈ ਤਿੰਨਾਂ ਦੇ ਵਿੱਚ? ਸਿਮਿਲੈਰਿਟੀ ਕੀ ਹੈ ਕਿ ਤਿੰਨੇ ਪਲੱਸ ਹੀ ਕਰ ਰਹੇ ਆ, ਸਮ ਹੀ ਕਰ ਰਹੇ ਆ। ਟੈਕਨੀਕਲ ਡਿਫਰੈਂਸ ਕੀ ਹੈ ਕਿ ਉਹਨਾਂ ਦੇ ਜਿਹੜੇ ਪੈਰਾਮੀਟਰਸ ਦੀ ਵੈਲਿਊ ਅਲੱਗ-ਅਲੱਗ ਹੈ। ਇਹ ਵਾਲਾ ਸਮ ਜਿਹੜਾ ਪਹਿਲੇ ਵਾਲਾ ਇਹ 2 ਡਿਜਿਟ ਨੂੰ ਪਲੱਸ ਕਰਦਾ, ਜਿਹੜਾ ਸੈਕਿੰਡ ਸਮ ਹੈ 3 ਡਿਜਿਟ ਨੂੰ ਪਲੱਸ ਕਰਦਾ, ਅਤੇ ਜਿਹੜਾ ਤੀਜਾ ਸਮ ਹੈ ਇਹ 4 ਡਿਜਿਟ ਨੂੰ ਜਿਹੜਾ ਹੈ ਪਲੱਸ ਕਰ ਰਿਹਾ। ਠੀਕ ਹੈ, ਸੋ ਟੈਕਨੀਕਲੀ ਡਿਫਰੈਂਟ ਹੈ ਬਟ ਸਿਮਿਲਰ ਹੈ। ਠੀਕ ਹੈ, ਇਸ ਚੀਜ਼ ਨੂੰ ਸਮਝ ਲੈਣਾ। ਜਦੋਂ ਤੁਹਾਨੂੰ ਕੱਲ੍ਹ ਨੂੰ ਵਾਈ ਵਿੱਚ ਵੀ ਅਗਰ ਕੋਈ ਪੁੱਛਦਾ ਹੈ ਕਿ ਵਾਟ ਡੂ ਯੂ ਮੀਨ ਬਾਈ ਪੋਲੀਮੋਰਫਿਜ਼ਮ, ਤਾਂ ਤੁਸੀਂ ਕਹਿਣਾ ਪੋਲੀਮੋਰਫਿਜ਼ਮ ਇਜ਼ ਅ ਟੈਕਨੀਕ ਬਾਈ ਵਿਚ we use the same name function to perform similar but technically different tasks। ਠੀਕ ਹੈ, ਹੁਣ ਉਸ ਤੋਂ ਬਾਅਦ ਆ ਜਾਂਦਾ ਇਹਦਾ ਟਾਈਪਸ ਹੁੰਦੀਆਂ ਪੋਲੀਮੋਰਫਿਜ਼ਮ ਦੀਆਂ। ਠੀਕ ਹੈ, ਪੋਲੀਮੋਰਫਿਜ਼ਮ ਦੀਆਂ ਅੱਗੇ ਹੈਗੀਆਂ ਟਾਈਪਸ। ਟਾਈਪਸ ਆਫ ਪੋਲੀਮੋਰਫਿਜ਼ਮ। ਠੀਕ ਹੈ, ਪੋਲੀਮੋਰਫਿਜ਼ਮ ਜਿਹੜੀ ਹੈ ਦੋ ਟਾਈਮ 'ਤੇ ਹੁੰਦੀ ਹੈ, ਮਤਲਬ ਅਸੀਂ ਫੰਕਸ਼ਨਸ ਜਿਹੜੇ ਹੈ ਉਹ ਡਿਕਲੇਅਰ ਕਰ ਲਏ, ਨਾਮ ਉਹਨਾਂ ਦੇ ਸੇਮ ਹੈ, ਕੰਮ ਉਹਨਾਂ ਦਾ ਡਿਫਰੈਂਟ ਹੈ। ਹੁਣ ਦੋ ਤਰ੍ਹਾਂ ਜਿਹੜਾ ਸਿਸਟਮ ਹੈ ਤੁਹਾਡਾ ਡਿਸਾਈਡ ਕਰਦਾ ਕਿ ਕਦੋਂ ਉਹਨੇ ਪੋਲੀਮੋਰਫਿਜ਼ਮ ਜਿਹੜੀ ਹੈ ਐਗਜ਼ੀਕਿਊਟ ਕਰਨੀ। ਇੱਕ ਉਹ ਕੰਪਾਈਲ ਟਾਈਮ 'ਤੇ ਡਿਸਾਈਡ ਕਰਦਾ, ਇੱਕ ਉਹ ਰਨ ਟਾਈਮ 'ਤੇ ਡਿਸਾਈਡ ਕਰਦਾ। ਮਤਲਬ ਤੁਸੀਂ ਸੇਮ ਨੇਮ ਦੇ ਫੰਕਸ਼ਨ ਯੂਜ਼ ਕਰ ਲਏ, ਉਹਨਾਂ ਨਾਲ ਤੁਸੀਂ ਅਲੱਗ-ਅਲੱਗ ਟਾਸਕ ਪਰਫੋਰਮ ਕਰਵਾ ਰਹੇ ਹੋ। ਹੁਣ ਅਲੱਗ-ਅਲੱਗ ਟਾਸਕ ਪਰਫੋਰਮ ਉਹ ਕਰਨਗੇ, ਇਹ ਕਦੋਂ ਡਿਸਾਈਡ ਕੀਤਾ ਜਾਏਗਾ? ਜਾਂ ਕੰਪਾਈਲਰ ਡਿਸਾਈਡ ਕਰੂਗਾ ਕੰਪਾਈਲ ਟਾਈਮ 'ਤੇ, ਜਾਂ ਉਹਨੂੰ ਰਨ ਟਾਈਮ 'ਤੇ ਡਿਸਾਈਡ ਕੀਤਾ ਜਾਊਗਾ। ਠੀਕ ਹੈ,
ਕੰਪਾਈਲ ਟਾਈਮ ਜਿਹੜੀ ਪੋਲੀਮੋਰਫਿਜ਼ਮ ਹੈ ਇਹ ਫਰਦਰ ਦੋ ਟਾਈਪਸ ਦੀ ਹੈ। ਇਹਨੂੰ ਆਪਾਂ ਕਹਿੰਦੇ ਫੰਕਸ਼ਨ ਓਵਰਲੋਡਿੰਗ ਤੇ ਦੂਸਰੀ ਹੁੰਦੀ ਤੁਹਾਡੀ ਆਪਰੇਟਰ ਓਵਰਲੋਡਿੰਗ। ਠੀਕ ਹੈ। ਰਨ ਟਾਈਮ ਤੇ ਜਿਹੜੀ ਆਪਾਂ ਯੂਜ਼ ਕਰਦੇ ਹਾਂ ਉਹਦੀ ਇੱਕੋ ਹੀ ਟਾਈਪ ਹੈ, ਦੈਟ ਇਜ਼ ਵਰਚੁਅਲ ਫੰਕਸ਼ਨਸ। ਠੀਕ ਹੈ। ਹੁਣ ਤੁਸੀਂ ਜਦੋਂ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਆਉਂਦਾ ਕਿ ਵਾਟ ਇਜ਼ ਪੋਲੀਮੋਰਫਿਜ਼ਮ, ਡਿਫਾਈਨ ਐਂਡ ਐਕਸਪਲੇਨ ਇਟਸ ਟਾਈਪਸ, ਤਾਂ ਤੁਸੀਂ ਪਹਿਲਾਂ ਡੈਫੀਨੇਸ਼ਨ ਦੱਸ ਦੇਣਾ ਕਿ ਪੋਲੀਮੋਰਫਿਜ਼ਮ ਦੀ ਡੈਫੀਨੇਸ਼ਨ ਇੱਕ ਸਿੰਪਲ ਜੀ ਦੇ ਦੇਣੀ, ਇੱਕ ਕੋਈ ਐਗਜ਼ਾਮਪਲ ਦੇ ਦੇਣੀ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤੀਆਂ। ਉਸ ਤੋਂ ਬਾਅਦ ਤੁਸੀਂ ਦੱਸਣਾ ਹੈ ਕਿ ਇਟ ਕੈਨ ਬੀ ਆਫ ਟੂ ਟਾਈਪਸ, ਕੰਪਾਈਲ टाइम पॉलीमॉर्फिज्म और रन टाइम पॉलीमॉर्फिज्म। ठीक है। कंपाइल टाइम पॉलीमॉर्फिज्म इज फर्दर ऑफ टू टाइप्स, फंक्शन ओवरलोडिंग ते ऑपरेटर ओवरलोडिंग, ते रन टाइम दे विच आंदे तुहाडे वर्चुअल फंक्शनस। ठीक है। हुण बारी बारी आपां इन्हां नूं सारिਆਂ देखांगे। वर्चुअल फंक्शनस दी भी अगे एक 4 टाइप आ जांदी है, प्योर वर्चुअल फंक्शनस। ठीक है। प्योर वर्चुअल फंक्शनस भी कह दिंदे आपां, इन्हां विच एक टाइप हुंदी है वर्चुअल फंक्शन एंड प्योर वर्चुअल फंक्शन, ये दोनों तुहाडे रन टाइम ते आंदे। ठीक है। ਹੁਣ ਆਪਾਂ ਜਿਹੜਾ ਹੈ ਪਹਿਲਾਂ ਫੰਕਸ਼ਨ ਓਵਰਲੋਡਿੰਗ ਜਿਹੜਾ ਅੱਜ ਸਟਾਰਟ ਕਰਾਂਗੇ ਅਤੇ ਇਹਨੂੰ ਅਸੀਂ ਸਟੱਡੀ ਕਰਦੇ ਹਾਂ ਵੀ ਇਹਦੇ ਵਿੱਚ ਹੁੰਦਾ ਕੀ ਹੈ। ਫੰਕਸ਼ਨ ਓਵਰਲੋਡਿੰਗ। ਹੁਣ ਫੰਕਸ਼ਨ ਤੋਂ ਭਾਵ ਤੇ ਜਿਹੜਾ ਆਪਾਂ ਆਲਰੇਡੀ ਫੰਕਸ਼ਨਸ ਪੜ੍ਹੇ ਹੋਏ ਆ ਉਹੀ ਹੈ, ਜਿਹਦੇ ਵਿੱਚ ਤੁਹਾਡੇ ਕੋਲ ਇੱਕ ਰਿਟਰਨ ਟਾਈਪ ਹੁੰਦੀ ਸੀ। ਉਸ ਤੋਂ ਬਾਅਦ ਤੁਸੀਂ ਫੰਕਸ਼ਨ ਦਾ ਨਾਮ ਲੈਂਦੇ ਸੀਗੇ, ਉਸ ਤੋਂ ਬਾਅਦ ਤੁਸੀਂ ਇਹਦੇ ਪੈਰਾਮੀਟਰਸ ਇਹਨੂੰ ਕੁਛ ਪਾਸ ਕਰਦੇ ਸੀ, ਦੈਨ ਤੁਸੀਂ ਇਹਦੀ ਬੋਡੀ ਜਿਹੜੀ ਸੀ ਐਗਜ਼ੀਕਿਊਟ ਕਰਦੇ ਸੀ। ਹੁਣ ਇੱਥੇ ਓਵਰਲੋਡਿੰਗ ਇੱਕ ਨਵਾਂ ਵਰਡ ਆਇਆ। ਓਵਰਲੋਡਿੰਗ ਦਾ ਮਤਲਬ ਕੀ ਹੈ, ਉਹਨੂੰ ਐਕਸਟਰਾ ਕੰਮ ਦਿੱਤਾ ਗਿਆ। ਓਵਰਲੋਡ ਜਦੋਂ ਆਪਾਂ ਕਹਿੰਦੇ ਕਿਸੇ ਬੰਦੇ ਨੂੰ ਓਵਰਲੋਡ ਕੀਤਾ ਹੈ ਇਹਦਾ ਮਤਲਬ ਤੁਸੀਂ ਉਹਨੂੰ ਐਕਸਟਰਾ ਵਰਕ ਦਿੱਤਾ ਹੋਇਆ, ਅਪਾਰਟ ਫਰੋਮ ਇਟਸ ਓਰੀਜਨਲ ਵਨ, ਕਿ ਉਹਦਾ ਇੱਕ ਓਰੀਜਨਲੀ ਕੰਮ ਤਾਂ ਹੈ ਹੀ ਹੈ, ਜਾਂ ਉਹਦਾ ਕਹਿ ਲਓ ਵੀ ਇਹਦਾ ਓਰੀਜਨਲ ਉਹਦਾ ਇੱਕ ਬੇਸਿਕ ਟਾਸਕ ਤਾਂ ਹੈ ਹੀ ਹੈ ਜਿਹੜਾ ਉਹ ਕੰਮ ਕਰਦਾ ਹੀ ਕਰਦਾ, ਉਹਨੂੰ ਉਸ ਤੋਂ ਇਲਾਵਾ ਇੱਕ ਅਲੱਗ ਤੋਂ ਕੰਮ ਦਿੱਤਾ ਗਿਆ, ਉਹਨੂੰ ਕਹਿੰਦੇ ਆਪਾਂ ਫੰਕਸ਼ਨ ਓਵਰਲੋਡਿੰਗ। ਠੀਕ ਹੈ। ਸੋ ਵੈਨ ਅ ਫੰਕਸ਼ਨ ਇਜ਼ ਗਿਵਨ ਐਨ ਐਡੀਸ਼ਨਲ ਟਾਸਕ ਔਰ ਐਨ ਐਕਸਟਰਾ ਟਾਸਕ ਅਪਾਰਟ ਫਰੋਮ ਇਟਸ ਓਰੀਜਨਲ ਔਰ यूज टू टास्क, then it is called as function overloading। ठीक है। कि अगर वो ऑलरेडी एक काम तो कर रहा पर उन्होंने उस काम तो इलावा असी होर कोई काम भी दे रहे हैं तो उन्होंने असी कह दें फंक्शन ओवरलोडिंग। ठीक है। सो फंक्शन ओवरलोडिंग का बाई चांस अगर तुहानूं डायरैक्ट क्वेश्चन आ जाता फंक्शन ओवरलोडिंग का, तो तुहानूं पहले एक्सप्लेन करना पऊगा फंक्शन ओवरलोडिंग। तुसीं उहदी डेफिनेशन दे दोगे सिंपल जी एक लाइन दी, उस तो बाद तुसीं लिखोगे फंक्शन ओवरलोडिंग इज़ अ टाइप ऑफ पॉलीमॉर्फिज्म दैट इज़ कंपाइल टाइम पॉलीमॉर्फिज्म। फिर तुसीं पॉलीमॉर्फिज्म की एक लाइन की डेफिनेशन देनी, फिर तुसीं कंपाइल टाइम की एक लाइन की डेफिनेशन देनी, फिर तुसीं इहदी अगे डिटेल च जाना। ठीक है। हुण ये तो आपां की पढ़ ली थ्योरी कि फंक्शन नूं उस तो एक्सट्रा टास्क जो तुसीं दोगे, मतलब वो ओरिजिनल काम तो ज़्यादा उन्होंने काम दोगे तो उन्होंने आपां कह देंगे फंक्शन ओवरलोडिंग। हुण वो करना किवें है। ठीक है। उहदे लई की तरीका है तुसीं देखो, हुण इहनूं आपां विद एग्जाम्पल एक समझांगे, जिहड़ी आपां एग्जाम्पल पढ़ रहे हैं असीं उहदे बेसिस ते ही इहनूं स्टडी करांगे। असीं एग्जाम्पल लै रहे हैं सम दी। ठीक है। सम एक फंक्शन है। ठीक है। ये हुण पैरामीटर्स असी पास करने, सम का मतलब इस नाम तो सानू ये लगता कि इन्हें ऐड करना, नाम असी उस ढंग का रखी जिन्ना सानू पता लग जाए कि ये सिमिलर टास्क करूगा, काम किहड़ा करूगा, एडिशन का करूगा। ठीक है। हुण जिहड़े आपां एग्जाम्पल असी उही करांगे कि असी 2 वैल्यूज़ नू प्लस करा रहे हैं या असी 3 वैल्यूज़ नू प्लस करा रहे हैं। ठीक है। या असी 4 वैल्यूज़ नू जिहड़ा है वो प्लस करा रहे हैं। ठीक है। एक तो आ तरीका हो गया। दूसरा तरीका की हो सकता, हुण इहदे विच की है कंपाइलर ने की देखना, मान लो उन्होंने इस तरह कॉल आई सम 10 ते 20, उन्हें की देखना साढ़े को 2 वेरीएबल्स है, उन्हें जिहदे नाल इहदा प्रोटोटाइप मैच किया, यानी कि इधर 2 उन्हें एक पैरामीटर पास किए तो इधर 2 मैच करके उन्हें इस वाले फंक्शन को आवाज़ मार देनी है, यानी कि इहदे कोलों काम करवा लेना। ठीक है। अगर बाई चांस तुहाडी कॉल इस तरह होंदी है सम 10 20 ते 30, 3 वैल्यूज़ हो गई तो इन्हें इनू कॉल कर देनी। ठीक है। क्योंकि 3 वैल्यूज़ तुहाडी मैच हो गई। अगर बाई चांस इन्हें 4 वैल्यूज़ पास कीतियां तुसीं तो इहदा प्रोटोटाइप इहदे नाल मैच होना, इन्हें इनू कॉल कर देनी। ठीक है। सो इनू आपां कह दिंदे आ फंक्शन ओवरलोडिंग इज़ डन ऑन द बेसिस ऑफ नंबर ऑफ आर्ग्यूमेंट्स, मतलब आपां की गिण रहे हैं कि नंबर ऑफ आर्ग्यूमेंट्स किन्ने हैं। ठीक है। हुण आ हो गया पहला पॉइंट कि तुसी नंबर ऑफ आर्गूमेंट्स के बेस पर कर सकते हो। दूसरा पॉइंट किहड़ा हुंदा है, टाइप्स ऑफ, ऑन द बेसिस ऑफ टाइप
ऑफ आर्गूमेंट्स, मतलब आर्गूमेंट की टाइप के उत्ते डिपेंड करता। हुण इनू आपां एग्जाम्पल किवें समझांगे, तुसीं देखो सम असीं एक फंक्शन लै लिया, उस लिखिया इंट ए कॉमा इंट बी, ठीक है। सैकेंड आपां लै लैंदे सम इंट ए फ्लोट बी, तीजा आपां लै लैंदे सम फ्लोट ए इंट बी, चौथा आपां लै लैंदे सम फ्लोट ए फ्लोट बी। हुण ये चारे जिहड़े आ सिमिलर है पर टैक्नीकली डिफरेंट है। टैक्नीकली डिफरेंट किवें है, इत्थे दोनों जिहड़े ये इंटीजर है, ए भी इंटीजर है बी भी इंटीजर है, इत्थे ए इंटीजर है बी फ्लोट है, इस जगह ते ए फ्लोट है तो बी इंटीजर है, इस जगह ते दोनों फ्लोट है, ठीक है। टैक्नीकली डिफरेंट है पर काम उन्हां दा सिमिलर है। वैसे हुण इहदे विच जिहड़ी हुंदी कि इंपलीसिट कन्वर्जन का कंसैप्ट भी हुंदा, पर मैं वो तुहानूं हजे समझा के कन्फ्यूज़ नहीं करना चाहता। सिर्फ तुसीं इन्ना याद रखो कि जदों पहलां तां उहने गिणती करनी है। हुण बाई चांस इत्थे कॉल आई इस तरह की, मान लो आ गई कॉल सम 10 ते 20, दूजी कॉल आ गई सम 10.0 प्लस 20 कॉमा 20, ठीक है। हुण जदों आ कॉल आई तो इहने की चैक करना, इत्थे दो वेरीएबल्स जिहड़े पास किए गए, यानी कि दो आर्गूमेंट्स है, इत्थे भी सारे को दो दो ही है, ठीक है। ਇਹਦਾ मतलब सारे मैच कर दे। ਜਦੋਂ ਇੱਥੇ कन्फ्यूज़ हो गया कंपाइलर, फिर उन्हें की करना चैक, अगला करना ਇਹਦੀ टाइप चैक, ਇਹਦੀ भी इंटीजर ਇਹਦੀ भी इंटीजर, आ पहले ना मैच करता, पहले ਨੂੰ ਇਹਨੂੰ कॉल कर ਲੈਣੀ। ਜਦੋਂ दूसरी वारी ਆਪਾਂ ਇਹਨੂੰ कॉल किया सम 10 ਤੇ 0, दो दो ਇੱਥੇ दो मतलब आर्गूमेंट्स ਆਪਾਂ पास किए, ਇੱਥੇ भी सारे दो दो है। कंपाइलर ਤੁਹਾਡਾ फिर कन्फ्यूज़ हो गया कि आवाज़ किहਨੂੰ आ रही है, ठीक है। फिर वो की चैक करूगा ਇਹਦੀ टाइप पहले की आ गई फ्लोट, दूजे की आ गई इंटीजर, साडा आ वाला जिहड़ा हैगा तीसरा सम वाला जो फंक्शन है वो मैच हो गया, तो इन्हें किनू कॉल कर देनी, तीसरे वाले सम नू कॉल कर देनी, ठीक है। ये हो गया दूसरा तरीका। तीसरा जिहड़ा हुंदा ये एक एरर हुंदा जिहड़ा तुसीं याद रखना हुंदा कि इहदे विच कदी भी रिटर्न टाइप दे बेसिस ते, बेस्ड ऑन रिटर्न टाइप पॉलीमॉर्फिज्म नैवर हैपन्स। ये तुसीं याद रखना कि कदी भी रिटर्न टाइप के बेस पर पॉलीमॉर्फिज्म नहीं होंगी। फॉर एग्जाम्पल आपां हुण रिटर्न टाइप इनकलूड करांगे, फिलहाल जी सी एग्जाम्पल मैं सीधे सीधे दी सी, मैं इन्हें रिटर्न टाइप नहीं लिखिया सी। हुण मैं इसकी रिटर्न टाइप लिखदा, मान लो इंट सम इंट इंट। इस फंक्शन तो सानू की पता लगता कि ये दो इंटीजर वेरीएबल लऊगा, उन्होंने प्लस करूगा, उन्होंने जिहड़ा रिजल्ट है वो एज एन इंटीजर ये वापस सेंड कर दूगा, ठीक है। हुण सैकेंड आपां टाइप लै लैंदे फ्लोट, इत्थे फ्लोट लिख लैंदे, इत्थे सम, इत्थे इंट, इत्थे इंट, ठीक है। हुण जदों तुसीं सम नूं कॉल करनी है 10 ते 20, उन्हें किहदे बेसिस ते कॉल करनी, इन्हां दे बेसिस ते। हुण पहलां उन्हें आर्गूमेंट्स दे नंबर चैक करना, नंबर जिहड़ा है दोनों का सेम है, इधर भी दो है इधर भी दो है, आ दोनों च दो दो ही है, मतलब कन्फ्यूज़ हो गया किहदे को आवाज़ मारूगा, ठीक है। इत्थे कंपाइलर तुहाडा कन्फ्यूज़ हो जाना। हुण अगर तुसीं सोचो भी कंपाइलर आ देख लवे भी रिटर्न टाइप की है, तो तुसीं टैक्नीकली अगर सोचो कि पहला वो इस फंक्शन के अंदर एंटर करूगा, फिर ही रिटर्न टाइप जी काम करूगी, अदरवाइज तो उन्हें काम करना ही नहीं रिटर्न टाइप ने। तो पहली गल जो उन्हें एंट्री ही नहीं की, तो यह मतलब तुहाडी जी रिटर्न टाइप है वो किसी काम की नहीं रही। सो इट मीनस अगर तुसीं बाई चांस एग्जाम के आ एग्जाम्पल लिख देंगे हो कि आ वाली जी एग्जाम्पल है वो पॉलीमॉर्फिज्म नू फुलफिल करती है, तो ये गलत होगी, क्योंकि तुसीं किहदे बेसिस ते पॉलीमॉर्फिज्म करने की कोशिश कर रहे हो, रिटर्न टाइप के बेसिस ते, जबकि रिटर्न टाइप के बेसिस ते कभी भी पॉलीमॉर्फिज्म हुंदी ही नहीं, ठीक है। हुण इहदा जिहड़ा है एक सिंपल जिहा आपां प्रोग्राम लिख दिंदे हैं, ठीक है। हुण इहदा एक सिंपल जिहा प्रोग्राम मैं बना देना तुहानूं इत्थे ही, इहनूं बाद विच तुसीं जिहड़ा है एग्जीक्यूट करके देख लिओ। अज मैं दरअसल नवे पीसी ते पढ़ा रहा, तो इस करके मेरे को अज सॉफ्टवेयर नहीं है रन करने लई। मैं सिंपल तुहानूं प्रोग्राम इत्थे बना के दिखा देना, तुसीं अपने अपने पीसी ते इहनूं रन करके देख लिओ। आपां लिख रहे हैश इनक्लूड आयो स्ट्रीम डॉट एच, ठीक है, हैश इनक्लूड ओनियो डॉट एच। बिकॉज हुण आपां सिर्फ फंक्शन ओवरलोडिंग नूं ही शो कर रहे हैं, आपां कोई मैंबर फंक्शन की गल नहीं की, असी कोई क्लासिस की गल नहीं की, इस करके आपां अज क्लासिस के चक्कर च नहीं पैना, असी सिंपल प्रोग्राम बना देना है। असी सिंपल प्रोग्राम की कर रहे हैं, वॉइड सम, ठीक है, इंट इंट, इनू कहते आपां फंक्शन डिक्लेरेशन, ठीक है।
ਜਿਹੜੇ ਆਪਾਂ ਇੰਨੇ ਦਿਨ ਤੋਂ ਪੜ੍ਹ ਰਹੇ ਸੀਗੇ। ਹੁਣ ਅਗਲਾ ਆਪਾਂ ਕਰ ਦਿੰਦੇ ਵੋਇਡ ਸਮ 3 ਇੰਟੀਜਰ ਲੈ ਲੈਣਾ ਮੈਂ ਸਿਰਫ, ਕਿਉਂਕਿ ਅਸੀਂ ਸਿਰਫ ਇੱਕ ਪੋਲੀਮੋਰਫਿਜ਼ਮ ਸ਼ੋ ਕਰਨੀ ਹੈ, ਇਸ ਕਰਕੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ। ਆਪਾਂ 2 ਫੰਕਸ਼ਨਸ ਜਿਹੜੇ ਆ ਇਹ ਡਿਕਲੇਅਰ ਕਰ ਲਏ। ਇਹਦੇ ਨਾਲ ਆਪਾਂ ਕੀ ਪ੍ਰੂਫ ਕਰ ਦਾਂਗੇ, ਅਗਰ 2 ਵਾਲੇ ਪੈਰਾਮੀਟਰਸ ਪਾਸ ਕਰੋਗੇ ਤਾਂ ਆਹ ਵਾਲਾ ਸਮ ਐਗਜ਼ੀਕਿਊਟ ਹੋ ਜਾਣਾ, ਅਗਰ 3 ਪੈਰਾਮੀਟਰਸ ਪਾਸ ਕਰੋਗੇ ਤਾਂ ਇਹ ਵਾਲਾ ਸਮ ਐਗਜ਼ੀਕਿਊਟ ਹੋ ਜਾਊਗਾ। ਉਸ ਤੋਂ ਬਾਅਦ ਤੁਸੀਂ ਸਿੰਪਲ ਵੋਇਡ ਮੇਨ ਫੰਕਸ਼ਨ 'ਚ ਚਲੇ ਜਾਓ, ਠੀਕ ਹੈ। ਇੱਥੇ ਤੁਸੀਂ ਜਿਹੜਾ ਹੈ ਕਲੀਅਰ ਸਕਰੀਨ ਲਗਾ ਦਿਓ। ਇੰਟੀਜਰ ਦੇ ਨਾਲ ਤੁਸੀਂ 3 ਵੈਲਿਊਜ਼ ਲੈ ਲਓ, ਇੰਟ a, b, c, ਠੀਕ ਹੈ। ਉਸ ਤੋਂ ਬਾਅਦ ਤੁਸੀਂ cout ਐਂਟਰ ਦ ਵੈਲਿਊਜ਼ ਆਫ a, b, c, ਤੁਸੀਂ ਤਿੰਨਾਂ ਦੀ ਵੈਲਿਊਜ਼ ਜਿਹੜੀ ਐਂਟਰ ਕਰਵਾ ਲੈਣੀਆਂ ਅਤੇ ਤਿੰਨਾਂ ਨੂੰ ਮੈਂ ਇਕੱਠਾ ਹੀ ਜਿਹੜਾ ਹੈ ਐਂਟਰ ਕਰਵਾ ਰਿਹਾ, ਠੀਕ ਹੈ। a ਉਸ ਤੋਂ ਬਾਅਦ ਡਬਲ ਗ੍ਰੇਟਰ ਦੈਨ b, ਦੈਨ ਅਗੇਨ c, ਠੀਕ ਹੈ। ਤਿੰਨੇ ਆਪਾਂ ਵੈਲਿਊਜ਼ ਐਂਟਰ ਕਰਾ ਲਈਆਂ। ਹੁਣ ਆਪਾਂ ਕਾਲ ਕਰਨੀ ਹੈ ਸਮ ਨੂੰ ਆਪਾਂ ਪਹਿਲਾਂ a ਅਤੇ b ਪਾਸ ਕਰ ਦੇਣਾ ਇੱਕ ਸਮ ਨੂੰ, ਦੂਸਰੇ ਸਮ ਨੂੰ ਆਪਾਂ ਪਾਸ ਕਰ ਦੇਣਾ a, b, c, ਇੱਥੇ ਲਗਾ ਦੇਣਾ ਗੈਚ। ਤੁਹਾਡਾ ਫੰਕਸ਼ਨ ਜਿਹੜਾ ਹੈ ਖ਼ਤਮ ਹੋ ਗਿਆ। ਹੁਣ ਦੇਖੋ ਆਪਾਂ ਸਿਰਫ ਇਹ ਫੰਕਸ਼ਨ ਇੱਥੇ ਡਿਕਲੇਅਰ ਕੀਤੇ, ਆਪਾਂ ਡਿਫਾਈਨ ਨਹੀਂ ਕੀਤੇ। ਸੋ ਅਗਰ ਤੁਹਾਨੂੰ ਯਾਦ ਹੋਵੇ, ਅਗਰ ਜਦੋਂ ਆਪਾਂ ਸਟਾਰਟਿੰਗ 'ਚ C++ ਦੇ ਪ੍ਰੋਗਰਾਮ ਦਾ ਸਟਰਕਚਰ ਪੜ੍ਹਿਆ ਸੀ ਤਾਂ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜੀ ਡਿਕਲੇਰੇਸ਼ਨ ਹੁੰਦੀ ਉਹ ਅਬਵ ਕਰੀ ਦੀ, ਜਿਹੜੀ ਇਹਨਾਂ ਦੀ ਡੈਫੀਨੇਸ਼ਨ ਹੁੰਦੀ ਉਹ ਨੀਚੇ ਕਰੀ ਦੀ ਮੇਨ ਤੋਂ ਬਾਅਦ। ਸੋ ਆਪਾਂ ਇੱਥੇ ਇਹਨਾਂ ਨੇ ਡਿਫਾਈਨ ਕਰ ਰਹੇ ਹਾਂ ਵੋਇਡ ਸਮ। ਹੁਣ ਇੱਥੇ ਦੇਖੋ ਸਿਰਫ ਆਪਾਂ ਟਾਈਪਸ ਦੱਸਦੇ ਹਾਂ। ਜਦੋਂ ਤੁਸੀਂ ਡਿਕਲੇਅਰ ਕਰਦੇ ਹੋ, ਜੋ ਤੁਸੀਂ ਡਿਫਾਈਨ ਕਰਦੇ ਹੋ, ਤੁਸੀਂ ਇਹਨਾਂ ਦੀ ਵੇਰੀਏਬਲਸ ਦੇ ਨਾਮ ਲਿਖਦੇ ਹੋ, ਇੰਟ x, ਇੰਟ y, ਠੀਕ ਹੈ। ਹੁਣ ਆ ਜਿਹੜਾ a ਅਤੇ b ਦੀ ਵੈਲਿਊ ਇੱਥੇ x ਅਤੇ y ਦੇ ਵਿੱਚ ਕਾਪੀ ਹੋ ਜਾਣੀ ਹੈ, ਅਗਰ ਤੁਹਾਨੂੰ ਪਾਸ ਬਾਏ ਵੈਲਿਊ ਦਾ ਕੰਸੈਪਟ ਯਾਦ ਹੈ, ਠੀਕ ਹੈ। ਇਹ ਵੈਲਿਊਜ਼ ਇੱਥੇ ਕਾਪੀ ਹੋ ਜਾਣਗੀਆਂ। ਉਸ ਤੋਂ ਬਾਅਦ ਤੁਸੀਂ ਸਿੰਪਲ ਕੀ ਕਰਨਾ, cout ਸਮ ਆਫ 2 ਇੰਟੀਜਰਸ ਇਜ਼ ਇਕੁਅਲ ਟੂ, ਤੁਸੀਂ ਸਮ ਕਰਨਾ x + y, ਠੀਕ ਹੈ। ਆ ਤੁਹਾਡਾ ਸਮ ਪਹਿਲਾ ਖ਼ਤਮ ਹੋ ਗਿਆ। ਦੂਸਰਾ ਵੋਇਡ ਸਮ ਇੰਟ x, ਇੰਟ y, ਇੰਟ z, cout ਸਮ ਆਫ 3 ਇੰਟੀਜਰਸ ਇਜ਼ ਇਕੁਅਲ ਟੂ, ਆਪਾਂ ਕੀ ਪਲੱਸ ਕਰਨਾ x + y + z, ਤਿੰਨੇ ਆਪਾਂ ਪਲੱਸ ਕਰਕੇ ਵੈਲਿਊ ਜਿਹੜੀ ਸ਼ੋ ਕਰਾ ਦੇਣੀ, ਠੀਕ ਹੈ। ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਰਨ ਕਰੋਗੇ, ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਕੰਪਾਈਲੇਸ਼ਨ ਉੱਪਰੋਂ ਸਟਾਰਟ ਹੋਊਗੀ, ਕਿਉਂਕਿ ਬਿਕੋਜ਼ ਤੁਸੀਂ ਫੰਕਸ਼ਨ ਓਵਰਲੋਡਿੰਗ ਯੂਜ਼ ਕਰ ਲਏ, ਇਸ ਕਰਕੇ ਤੁਹਾਡਾ ਕੰਪਾਈਲਰ ਜਿਹੜਾ ਇਸ ਟਾਈਮ 'ਤੇ ਇਸ ਚੀਜ਼ ਨੂੰ ਸਾਰੀ ਨੂੰ ਵੈਰੀਫਾਈ ਕਰ ਲੂਗਾ, ਠੀਕ ਹੈ। ਸਭ ਤੋਂ ਪਹਿਲਾਂ ਉਹਨੇ ਸਮ ਦੇਖਿਆ, ਪਰ ਇਹਦੇ ਵਿੱਚ ਤੁਸੀਂ 2 ਪੈਰਾਮੀਟਰ ਪਾਸ ਕੀਤੇ, ਦੁਬਾਰਾ ਫਿਰ ਉਹਨੇ ਸਮ ਦੇਖਿਆ, ਨਾਮ ਸੇਮ ਹੈ, ਰਿਟਰਨ ਟਾਈਪ ਸੇਮ ਹੈ, ਸਭ ਕੁਝ ਸੇਮ ਹੈ, ਪਰ ਇੱਥੇ ਹੁਣ ਪੈਰਾਮੀਟਰ ਦੇ ਨੰਬਰ 'ਚ ਫਰਕ ਹੈ। ਇਹਦਾ ਮਤਲਬ ਤੁਸੀਂ ਫੰਕਸ਼ਨ ਓਵਰਲੋਡਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹਨੇ ਡਿਕਲੇਰੇਸ਼ਨ ਹੋ ਗਈ, ਉਸ ਤੋਂ ਬਾਅਦ ਕਲੀਅਰ ਸਕਰੀਨ ਹੋ ਜਾਣਾ, ਇਹਨੇ ਐਂਟਰੀ ਕਰ ਦੇਣੀ। ਜਦੋਂ ਇਹਨੇ ਸਮ ਨੂੰ a, b ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਨੀ, ਇਹਨੇ ਦੇਖਣਾ ਕਿ ਨੀਚੇ ਡੈਫੀਨੇਸ਼ਨ ਤੁਸੀਂ ਦਿੱਤੀ ਹੋਈ ਹੈ। ਅਗਰ ਡੈਫੀਨੇਸ਼ਨ ਦਿੱਤੀ ਹੋਈ ਹੈ ਤਾਂ ਇਸ a ਅਤੇ b ਦੀ ਵੈਲਿਊ x ਅਤੇ y ਦੇ ਵਿੱਚ ਕਾਪੀ ਹੋ ਜਾਣੀ ਹੈ, ਅਤੇ ਉਸ ਤੋਂ ਬਾਅਦ ਤੁਸੀਂ x + y ਨੂੰ ਪਲੱਸ ਕਰਕੇ ਉਹਦੀ ਵੈਲਿਊ ਜਿਹੜੀ ਸ਼ੋ ਕਰਾ ਦੇਣੀ ਹੈ। ਨੈਕਸਟ ਜਦੋਂ ਤੁਹਾਡੀ ਬਰੇਸ ਆਈ, ਤੁਸੀਂ ਦੁਬਾਰਾ ਜਿਹੜਾ ਹੈ ਇਸ ਪੋਜੀਸ਼ਨ 'ਤੇ ਆ ਜਾਓਗੇ, ਅਗਲੇ ਸਟੈਪ 'ਤੇ ਆ ਜਾਓਗੇ। ਅਗਲੇ ਸਟੈਪ 'ਤੇ ਕੀ ਹੈ, ਸਮ a, b, c 3 ਵੈਲਿਊਜ਼ ਕਾਲ ਕੀਤੀਆਂ। ਹੁਣ ਇਹਨੇ ਚੈੱਕ ਕਰਨਾ ਵੀ ਕੋਈ ਤੁਸੀਂ ਪ੍ਰੋਗਰਾਮ ਵਿੱਚ ਇਹੋ ਜਿਹਾ ਸਮ ਡਿਕਲੇਅਰ ਕੀਤਾ ਜਿਹੜਾ 3 ਪੈਰਾਮੀਟਰਸ ਨੂੰ ਐਕਸੈਪਟ ਕਰ ਰਿਹਾ, ਹਾਂਜੀ ਕਰ ਰਿਹਾ। ਤੁਸੀਂ a ਦੀ ਵੈਲਿਊ x ਚਲੀ ਜਾਣੀ, b ਦੀ y ਚਲੀ ਜਾਣੀ ਹੈ, c ਦੀ ਜਿਹੜੀ ਹੈ z ਚਲੀ ਜਾਣੀ ਹੈ। ਉਸ ਤੋਂ ਬਾਅਦ x + y + z ਤਿੰਨੇ ਕਰਕੇ ਤੁਸੀਂ ਸ਼ੋਅ ਕਰ ਦੇਣਾ। ਜਦੋਂ ਆਹ ਵਾਲੀ ਬਰੇਸ ਆਈ ਅਤੇ ਜਿਹੜਾ ਕੰਟਰੋਲ ਹੈ ਤੁਹਾਡਾ ਅਗਲੇ ਪੋਜੀਸ਼ਨ 'ਤੇ ਯਾਨੀ ਕਿ ਇੱਥੇ ਚਲਾ ਜਾਊਗਾ, ਅਤੇ ਤੁਸੀਂ ਜਦੋਂ ਤੱਕ ਕੀਬੋਰਡ ਤੋਂ ਕੀ ਕੋਈ ਪ੍ਰੈਸ ਨਹੀਂ ਕਰੋਗੇ, ਪ੍ਰੋਗਰਾਮ ਤੁਹਾਡੀ ਵੇਟ ਕਰੂਗਾ, ਅਤੇ ਜਿੱਦਾਂ ਤੁਸੀਂ ਕੀ ਪ੍ਰੈਸ ਕੀਤੀ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਐਗਜ਼ਿਟ ਹੋ ਜਾਊਗਾ, ਠੀਕ ਹੈ।